interview for you today with somebody, a very close personal friend of mine, who's a well-known actor these days. We worked together for a long time. It's Mr. Dave Dillon, जिनको आपने जट एंड जूलियट में और बहुत सारी first and second काफ़ी फिल्मों में. He's also worked in a new upcoming film called Sardar Ji. So I wanted to have a little heart-to-heart discussion with Dave today. We have done some interviews. We did one single interview Before, where Dave, where we spoke with Dave regarding. But this is a more. I want to get more personal, more behind the scenes into, in a little bit longer interview. So today's show is going to be dedicated mainly. Welcome, Dave, to our. ਥੈਂਕ ਯੂ. ਸਭ ਤੋਂ ਪਹਿਲਾਂ ਤਾਂ ਇਸ ਟੀਵੀ ਸ਼ੋਅ ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਬੜੇ ਹੀ ਮਾਣ ਪਿਆਰ ਸਤਿਕਾਰ ਦੇ ਨਾਲ ਦਵਿੰਦਰ ਸਿੰਘ ਢਿੱਲੋਂ ਦੇ ਵੱਲੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ. Okay, Dave, I'm going to start off by saying a couple of things. ਜੀ. ਇੱਕ ਤਾਂ ਮੈਨੂੰ ਤੁਸੀਂ ਕਿਹਾ ਸੀ ਆਫ ਸਕਰੀਨ ਕੱਲ ਪਰਸੋਂ ਕਿ ਜੇ ਮੈਂ ਆਸਕਰ ਜਿੱਤੂੰਗਾ ਤੇ you'll mention my name. Absolutely. So ਉਹਦੇ ਵਾਸਤੇ ਮੈਂ ਤੁਹਾਡੇ ਸ਼ੂ ਪਾਲਿਸ਼ ਕਰ ਲੂੰ ਸ਼ੋਅ ਤੋਂ ਬਾਅਦ ਤਿਆਰ ਹਾਂ. But anyways, all jokes aside, yes, ਮੈਂ ਤਾਂ ਇਹੀ ਪ੍ਰਾਰਥਨਾ ਕਰੂੰਗਾ that you win a lot of awards. ਜੀ. ਤਾਂ ਕਿ ਤੁਹਾਡੇ ਸਾਰੇ ਨਾਲ ਸਾਡਾ ਨਾਮ ਵੀ ਵਿੱਚ ਬਣਿਆ ਰਹੇ. ਬਿਲਕੁਲ. I want to basically start off speaking. ਤੁਹਾਡਾ ਤੁਸੀਂ ਇਹ ਥੋੜਾ ਜਿਹਾ ਦੱਸੋ. I want to go back to sort of the beginnings. ਜੀ. Were you always interested in acting and the film line? Start off when we were in a younger age. ਮੈਂ ਹਮੇਸ਼ਾ ਇੱਕ ਵਾਰੀ ਐਕਚੁਅਲੀ ਫਿਲਮ ਪੂਨੇ ਵਿੱਚ ਵੀ ਜਾਣ ਨੂੰ ਤਿਆਰ ਹੋਇਆ ਸੀਗਾ ਜਦੋਂ ਮੈਂ ਇੰਡੀਆ ਸੀਗਾ. ਉਸ ਵੇਲੇ ਫਿਲਮ ਲਾਈਨ ਨੂੰ ਕੋਈ ਬੜਾ ਚੰਗਾ ਨਹੀਂ ਸੀ ਸਮਝਦੇ. ਮੇਰੇ ਪੇਰੈਂਟਸ ਦੇ ਨਾਲ ਮੈਂ ਜਦੋਂ ਗੱਲ ਕੀਤੀ ਜੀ ਮੈਂ ਪੂਨੇ ਇੰਸਟੀਚਿਊਟ ਦੇ ਵਿੱਚ ਐਕਟਿੰਗ ਸਿੱਖਣ ਜਾਣਾ ਤਾਂ ਪਹਿਲੀ ਫੀਡਬੈਕ ਮੇਰੇ ਡੈਡ ਦੀ ਸੀਗੀ ਕਿ ਇਹ ਆਪਣਾ ਕੰਜਰਾਂ ਦਾ ਕੰਮ ਹੈ, ਤੂੰ ਨਹੀਂ ਆਪਣਾ ਉੱਥੇ ਪਤਾ ਕੀ ਚੱਲਦਾ ਹੈਗਾ ਬੰਬੇ ਦੇ ਵਿੱਚ ਐਂਡ ਆਲ ਦੈਟ. ਉਹ ਬੜੀ ਛੇਤੀ ਮੇਰੇ ਆਈਡੀਆ ਨੂੰ ਕੈਂਸਲ ਕਰ ਦਿੱਤਾ. ਅਤੇ ਫਿਰ ਈਵਨ ਬੈਂਕਾਕ ਜਦੋਂ ਮੈਂ ਦੇਹਰਾਦੂਨ ਤੋਂ ਪੜ੍ਹ ਕੇ ਬੈਂਕਾਕ ਚਲਾ ਗਿਆ ਉੱਥੇ ਵੀ ਮੇਰਾ ਬੜਾ ਇਹ ਮੇਰੀ ਇੱਛਾ ਸੀਗੀ ਕਿ ਥਾਈ ਫਿਲਮ ਦੇ ਵਿੱਚ ਕਿਤੇ ਕੋਈ ਪਾਰਟ ਮਿਲ ਜਾਵੇ. ਪਰ ਉਸ ਵੇਲੇ ਕਿਸਿੰਗ ਦੇ ਸੀਨਸ ਹਾਲੇ ਸ਼ੁਰੂ ਹੋਏ ਸੀਗੇ ਮਾਰਕੀਟ ਦੇ ਵਿੱਚ. ਤਾਂ ਉਦੋਂ ਵੀ ਮੇਰੇ ਡੈਡ ਨੇ ਪਹਿਲਾਂ ਹੀ ਕਹਿੰਦੇ ਵੀ ਨਹੀਂ ਇਹ ਗੰਦੀ ਇੰਡਸਟਰੀ ਹੈ ਬਲਾ 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 ਨਹੀਂ ਜਾਣਾ ਤੂੰ. ਕੈਨੇਡਾ ਆ ਕੇ ਜਦੋਂ ਮੈਂ ਬਿਲਕੁਲ ਇਕੱਲਾ ਇੱਥੇ ਆ ਗਿਆ ਫਿਰ ਮੈਂ ਆਖਿਆ ਵੀ ਜਿਹੜੇ ਮੇਰੇ ਸ਼ੌਕ ਸੀਗੇ ਜਿਹੜੇ ਮੈਂ ਕਰਨਾ ਚਾਹੁੰਦਾ ਸਾਂ ਉਹ ਇੱਥੇ ਮੈਂ ਕੀਤੇ ਆ ਕੇ, ਜਿਵੇਂ ਕਿ ਰੇਡੀਓ ਫੀਲਡ ਦੇ ਵਿੱਚ ਜਾਂ TV ਦੇ ਵਿੱਚ. ਔਰ ਹੌਲੀ ਹੌਲੀ ਫਿਲਮਾਂ ਦੇ ਵਿੱਚ ਵੀ ਆਉਣ ਦੇ ਵਿੱਚ ਮੈਂ ਕਾਮਯਾਬ ਹੋ ਗਿਆ ਜਿਹੜੀ ਕਿ ਮੇਰੀ ਬੜੀ ਦੇਰ ਦੀ ਇੱਛਾ ਸੀਗੀ. ਅੱਛਾ ਜੀ. Yeah, we're going to get into that eventually. ਉੱਧਰ ਨੂੰ ਵੀ ਜਾਂਦੇ ਹਾਂ. ਪਹਿਲਾਂ ਤਾਂ ਮੈਂ ਇੱਕ ਫੋਟੋ ਦਿਖਾ ਲੈਣੀ ਚਾਹੁੰਦਾ ਹਾਂ to our viewers, which I just happened to come across on Facebook once of Dave when he was in his younger days. You know, this is not a false ਜਿਹਨੂੰ ਕਹਿੰਦੇ pump up ਕਰਨਾ. You had a very similar persona about you ਜਿੱਦਾਂ ਰਾਜੇਸ਼ ਖੰਨੇ ਵਰਗੀ ਹੀ ਤੁਹਾਡੀ. That's why I wanted to particularly show this photo that's on screen right now, and I thought you had that look and that feel about you of that you could have been. So basically family ਨੇ ਇਸ ਤਰਫ ਨੂੰ ਤੁਹਾਨੂੰ ਬਹੁਤਾ. ਹਾਂਜੀ ਉਸ ਵੇਲੇ ਨਹੀਂ ਜਾਣ ਦਿੱਤਾ. ਲੇਕਿਨ ਜਦੋਂ ਕਹਿੰਦੇ ਬੱਚਾ ਆਪਦੇ ਪੈਰਾਂ 'ਤੇ ਖੜਾ ਹੁੰਦਾ ਹੈ ਜਾਂ ਘਰੋਂ ਚਲਾ ਜਾਂਦਾ ਆਪਦੇ ਪੈਰਾਂ 'ਤੇ ਖੜਾ ਹੋਣ ਨੂੰ ਉਦੋਂ ਫਿਰ ਉਹਨੂੰ ਥੋੜ੍ਹੀ ਜਿਹੀ ਇੰਡੀਪੈਂਡੈਂਸ ਮਿਲ ਜਾਂਦੀ ਹੈ ਕਿ ਉਹਦੇ ਜਿਹੜੇ ਜ਼ਿੰਦਗੀ ਦੇ ਸੁਪਨੇ ਸੀਗੇ ਜਾਂ whatever he wanted to do, now he can do it because he's away from the family obligations. So ਇਹ ਦੱਸੋ ਜਦੋਂ ਤੁਸੀਂ ਫਿਰ ਕੈਨੇਡਾ ਆਏ ਜੀ then ਫਿਰ ਤੁਹਾਡੇ ਜਿੱਦਾਂ ਹੁੰਦਾ ਹੀ ਆਪਣੀ ਲਾਈਫ goes in stages. ਫਿਰ ਫੈਮਿਲੀ ਲਾਈਫ ਸ਼ੁਰੂ ਹੋ ਜਾਂਦੀ, ਵਿਆਹ ਹੋ ਜਾਂਦੇ, ਬੱਚੇ ਹੋ ਜਾਂਦੇ, then person gets very busy in day-to-day life. I'm sure you did too. I'm going through that stage as well. ਤੁਸੀਂ ਇਹ ਜਿਹੜਾ ਸੁਪਨਾ ਸੀਗਾ ਜਾਂ ਤੁਹਾਡਾ ਇਹ ਪੈਸ਼ਨ ਕਹਿ ਲਓ whatever it was, ਇਹਨੂੰ ਤੁਸੀਂ did you keep the sort of in your heart ਕਿ ਮੈਂ ਕਦੀ ਨਾ ਕਦੀ ਇਹ ਜ਼ਰੂਰ ਟਰਾਈ ਕਰੂੰਗਾ ਅੱਗੇ ਚੱਲ ਕੇ? ਬਿਲਕੁਲ ਉਸ ਸੁਪਨੇ ਨੂੰ ਮੈਂ ਰੱਖਿਆ ਆਪਦੇ ਦਿਲ ਦੇ ਵਿੱਚ ਕਿ whenever I get a break, ਭਾਵੇਂ ਉਹ ਛੋਟੀ ਜਿਹੀ ਫਿਲਮ ਹੋਵੇ ਭਾਵੇਂ ਐਡ ਹੋਵੇ, ਔਰ ਉਹਨੂੰ ਮਾਈਂਡ ਦੇ ਵਿੱਚ ਬੈਕਗਰਾਊਂਡ ਦੇ ਵਿੱਚ ਰੱਖਿਆ ਔਰ ਮੈਂ ਰੇਡੀਓ ਦੀ ਦੁਨੀਆ ਵਿੱਚ ਆ ਗਿਆ. ਰੇਡੀਓ ਦੀ ਦੁਨੀਆ ਵਿੱਚ ਆਉਣ ਦੇ ਨਾਲ ਮੇਰਾ ਇਹੋ ਜਿਹੇ ਲੋਕਾਂ ਦੇ ਨਾਲ ਸੰਪਰਕ ਪੈਦਾ ਹੋ ਗਿਆ, ਸ਼ੁਰੂ ਹੋ ਗਿਆ. ਕਿਉਂਕਿ ਉਹਨਾਂ ਨੂੰ ਜਦੋਂ ਉਹ ਐਡਵਰਟਾਈਜ਼ ਕਰਨ ਆਉਂਦੇ ਹੁੰਦੇ ਸੀਗੇ ਜਾਂ ਉਹਨਾਂ ਦੀ ਇੰਟਰਵਿਊ ਹੁੰਦੀ ਸੀਗੀ ਐਂਡ ਆਈ ਵਾਜ਼ ਲਿਸਨਿੰਗ ਟੂ ਦੈਮ, ਉਦੋਂ ਹੀ ਮੈਂ ਸੋਚਦਾ ਸੀਗਾ ਮੈਂ ਕਿਹਾ ਬਈ ਇਹਦੇ ਨਾਲ ਜਦੋਂ ਇਹ ਇੰਟਰਵਿਊ ਖਤਮ ਕਰਕੇ ਜਾਏਗਾ ਇਹਨੂੰ ਮੈਂ ਆਪਦਾ ਕਾਰਡ ਦੇਣਾ ਬਈ ਤੁਸੀਂ ਜੋ ਵੀ ਫਿਲਮ ਬਣਾਓਗੇ ਤੇ ਮੈਨੂੰ ਯਾਦ ਰੱਖਣਾ.
ਅੱਛਾ ਤਾਂ ਰੇਡੀਓ ਦੇ ਵਿੱਚ ਆਉਣ ਦੇ ਨਾਲ ਥੋੜਾ ਜਿਹਾ ਮੈਂ ਨੇੜਤਾ ਹੋ ਗਈ ਰੇਡੀਓ ਦੇ ਵਿੱਚ ਤੁਸੀਂ ਐਜ਼ ਐਨ ਅਨਾਉਂਸਰ ਸ਼ੁਰੂ ਕੀਤਾ ਸੀ ਔਰ देयर वाज ਅ ਟਾਈਮ ਵੇਅਰ ਯੂ ਵਰ ਮੈਨੇਜਿੰਗ ਰੇਡੀਓ ਮੇਰੇ ਪੰਜਾਬ ਸੀ ਹਾਂਜੀ ਰੇਡੀਓ ਪੰਜਾਬ ਨੂੰ ਮੈਂ ਮੈਨੇਜ ਕੀਤਾ ਇਜ਼ ਦੈਟ ਹਾਊ ਯੂ ਸਟਾਰਟਡ ਕਿ ਐਜ਼ ਐਨ ਅਨਾਉਂਸਰ ਸ਼ੁਰੂ ਕੀਤਾ ਨੋ ਪਹਿਲਾਂ ਮੈਂ ਖਬਰਾਂ ਪੜ੍ਹਨ ਵਾਲਾ ਸੀਗਾ ਆਈ ਯੂਜ਼ਡ ਟੂ ਰੀਡ ਨਿਊਜ਼ ਸੋ ਨਿਊਜ਼ ਕਾਸਟਰ ਤੋਂ ਸੁਸ਼ਮਾ ਜੀ ਨਾਲ ਵੀ ਕੰਮ ਕੀਤਾ ਸੁਖਦੇਵ ਨਾਲ ਰੇਡੀਓ ਪੰਜਾਬ 'ਤੇ ਕੰਮ ਕੀਤਾ ਤਾਂ ਉਹਦੇ ਨਾਲ ਫਿਰ ਮੈਨੂੰ ਬ੍ਰੇਕਸ ਮਿਲਦੇ ਰਹੀਆਂ ਬਈ ਮੇਰਾ ਖਿਆਲ ਉਹਦੇ ਦੌਰਾਨ ਹੀ ਤੁਹਾਡੇ ਨਾਲ ਮੁਲਾਕਾਤ ਹੋਈ ਸੀਗੀ ਬਈ ਇੱਕ ਵੌਇਸ ਓਵਰ ਚਾਹੀਦਾ ਹੈਗਾ ਤੁਸੀਂ ਆਪਦੀ ਆਵਾਜ਼ ਸੁਣਾਓ ਲੇਕਿਨ ਆਵਾਜ਼ ਦੇ ਨਾਲ ਫਿਰ ਮੇਰੇ ਜਿਹੜੇ ਇੱਛਾ ਸੀ ਉਹ ਸਟਾਰ ਬਣਨ ਦੀ ਉਹ ਤੁਹਾਡੇ ਥਰੂ ਪੈਦਾ ਹੋਈ ਤਾਂ ਮੈਂ ਕਰਕੇ ਕਹਿੰਦਾ ਸੀਗਾ ਵੀ ਜਿੱਦਣ ਵੀ ਮੈਨੂੰ ਕਿਤੇ ਆਸਕਰ ਮਿਲਿਆ ਤਾਂ ਕੋਈ ਵੱਡਾ ਨਾਮ ਮਿਲਿਆ ਤਾਂ ਮੈਂ ਇੱਥੋਂ ਹੀ ਆਪਦੀ ਸਪੀਚ ਸ਼ੁਰੂ ਕਰਨੀ ਹੈ ਕਿ ਮੈਨੂੰ ਬ੍ਰੇਕ ਦੇਣ ਵਾਲਾ ਅਸਲ 'ਚ ਵਿਕਰਮ ਪਰਮਾਰ ਸੀਗਾ ਜਿਨ੍ਹਾਂ ਨੇ ਟੀਵੀ ਡਰਾਮੇਸ ਬਣਾਏ ਤੇ ਉੱਥੋਂ ਹੀ ਅਸੀਂ ਹੌਲੀ ਐਕਸਪੀਰੀਅੰਸ ਲਿਆ ਹੈ ਕੈਮਰੇ ਦੇ ਸਾਹਮਣੇ ਜੀ ਥੈਂਕ ਯੂ ਡੇਵ ਇੱਕ ਚੀਜ਼ ਮੈਂ ਜ਼ਰੂਰ ਮੈਂਸ਼ਨ ਕਰਨੀ ਚਾਹਾਂਗਾ which obviously the viewers know as well obviously your voice vocals is one of your really strong points ਜਿਹਦੇ ਵਿੱਚ I think obviously led you first to radio get through ਹੁਣ ਗਾਹਾਂ ਚੱਲ ਕੇ in the next one we'll continue the interview I just want to take a quick break a few words from our sponsors we'll be right back ਇੱਕ ਅੱਛੇ ਰੀਅਲਟਰ ਦੀ ਨਿਸ਼ਾਨੀ ਕੀ ਹੁੰਦੀ ਹੈ ਕਾਰ ਵੇਚਣ ਵਾਲੇ ਔਰ ਕਾਰ ਖਰੀਦਣ ਵਾਲੇ ਦੇ ਗੋਲਸ ਅਲੱਗ-ਅਲੱਗ ਹੁੰਦੇ ਨੇ ਇਹਨਾਂ ਦੋਨਾਂ ਗੋਲਸ ਨੂੰ ਪੂਰਾ ਕਰਨ ਵਾਸਤੇ ਯਾਦ ਰੱਖੋ ਫਰੇਜ਼ਰ ਵੈਲੀ ਦੇ ਸਭ ਤੋਂ ਟਰਸਟਡ ਰੀਅਲਟਰ ਜਸਪਾਲ ਕਾੜੋ ਨੂੰ Hard work, commitment and dedication to his craft. Jaspal Kalon will guide you all the way to your dream home. ਆਪਣੇ ਨਵੇਂ ਘਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਅੱਜ ਹੀ ਜਸਪਾਲ ਕਾਲੋਂ ਨੂੰ ਫੋਨ ਕਰੋ at 604-724-0712. Jaspal Kalo of Planet Group Realty. Welcome back, folks. We'll continue on with our interview, special interview with Devinder Singh Dhillon, jo ke aajkal he's working in a lot of different various films. I'm going to show you clips of some of the films he's worked in as we're conducting the interview. Yeah. So Dave, ਅਸੀਂ ਹੁਣ cover ਕੀਤਾ ਸੀ basically how you got after radio you got involved with myself and you know we did several TV dramas together. ਮੈਂ 10 ਸਾਲ ਦੇ ਵਿੱਚ probably I think we had about a 10-year run there. We became very good friends. ਮੈਂ ਹਮੇਸ਼ਾ ਇਹਨਾਂ ਨੂੰ ਆਪਣਾ ਛੋਟਾ ਭਰਾ ਹੀ ਸਮਝਿਆ ਹੈ. So anyways, all jokes aside again, but yeah, so it was like for me, I think we never really took it as a business or as it was more of a work of passion. But I think ਤੁਹਾਡੇ ਕੀ ਵਿਚਾਰ ਨੇ ਕਿ that don't talk about me specifically, but did you grow or learn as an actor? Did you find things where did it help you sort of take the next step in terms of ਜਿੰਨੇ ਮੈਨੂੰ ਪ੍ਰੋਜੈਕਟ ਆ ਰਹੇ ਸੀਗੇ ਆਫਟਰ ਮੈਂ ਤੁਹਾਡੇ ਨਾਲੋਂ ਗ੍ਰੈਜੂਏਟ ਕਰਕੇ ਜਦੋਂ ਹੋਰ ਫਿਲਮਾਂ ਕਰਨ ਲੱਗਾ ਤਾਂ ਯੂਜਲੀ ਇੱਥੇ ਲੋਕਲ ਕਲਾਕਾਰਾਂ ਨੂੰ ਉਹਨਾਂ ਰਿਸਪੈਕਟ ਨਹੀਂ ਮੈਂ ਕਹਾਂਗਾ ਲੇਕਿਨ ਉਹਨਾਂ ਦੀ ਇਸ ਕਾਮਯਾਬੀ ਨੂੰ ਉਤਸ਼ਾਹ ਨਹੀਂ ਮਿਲਦਾ ਲੋਕ ਫਿਰ ਵੀ ਆਉਂਦੇ ਨੇ ਉਹ ਜੀ ਛੋਟੀ ਜੀ ਆਪਣੀ ਮੂਵੀ ਬਣਾਉਣੀ ਹੈ ਕਰ ਦੋਗੇ ਨਾ ਕੰਮ ਨੋ ਵਨ ਟਾਕਸ ਅਬਾਊਟ ਬੀਇੰਗ ਪ੍ਰੋਫੈਸ਼ਨਲ ਪੈਸੇ ਦੀ ਗੱਲ ਟਾਈਮ ਦੀ ਗੱਲ ਜਿਹੜਾ ਆਉਂਦਾ ਹੈਗਾ ਜੀ ਆ ਮਾੜਾ ਜਿਹਾ ਆਹ ਕਰਨਾ ਹੈ ਆਹ ਕਰ ਦਿਓ ਢਿੱਲੋਂ ਸਾਹਿਬ ਫਿਰ ਇੱਕ ਮੈਂ ਕੋਰਸ ਲਿਆ ਫਿਲਮ ਐਕਟਿੰਗ ਦਾ ਉਹਦੇ ਵਿੱਚ ਸਭ ਤੋਂ ਪਹਿਲੀ ਉਹਨਾਂ ਨੇ ਗੱਲ ਕੀਤੀ ਕਿ ਐਨੀਥਿੰਗ ਯੂ ਡੂ ਫ੍ਰੀ is worth no value. Free ਦਾ ਮਤਲਬ no value. ਭਾਵੇਂ ਤੁਸੀਂ ਆਪਣੀ ਪੂਰੀ ਐਕਟਿੰਗ ਦਾ ਜੌਹਰ ਵਿਖਾ ਦਿਓ but it is free. ਉਹਦੀ ਐਪਰੀਸੀਏਸ਼ਨ ਜਿਹੜੀ ਹੈਗੀ ਆ ਉਹ ਨਹੀਂ ਮਿਲੇਗੀ ਸੋ ਹੌਲੀ I moved towards being more professional. That's right, yeah. ਜਦੋਂ ਮੈਂ ਯੂਨੀਅਨ 'ਚ ਆ ਗਿਆ as a union actor ਤੇ ਪੈਸੇ ਤਾਂ ਖੈਰ ਬਣਨੇ ਸ਼ੁਰੂ ਹੋ ਗਏ ਸੀਗੇ ਪਰ I got to work with more professional actors. Setups, exactly. This is a good time to ask this question basically that as a young actor if you're educated or you're born and raised here you've taken part in Vancouver Film School the mainstream industry but let's say some younger person who's come from India or
or somebody who hasn't gone through the film schools and they're interested in acting, the which interest. Do you think it's important for people to build up a sort of a resume, even ਜੇ ਉਹਨਾਂ ਨੂੰ free ਦੇ ਵਿੱਚ ਵੀ ਕੰਮ ਕਰਨਾ ਪੈ ਰਿਹਾ ਜਾਂ ਕਿਤੇ volunteer ਕੰਮ ਕਰਨਾ ਪੈ ਰਿਹਾ? Is it the right way to go, or should you always try to aim for? ਇਹਦੇ ਵਾਸਤੇ ਮੈਂ ਵੇਖ ਇਹੀ ਕਹਾਂਗਾ, ਜਦੋਂ ਵੀ ਅਸੀਂ, ਕਿਉਂਕਿ ਮੈਂ ਵਾਈਟ ਹਿੱਲ ਦੇ ਨਾਲ ਕੰਮ ਕਰਦਾ ਹੈਗਾ, ਵਾਈਟ ਹਿੱਲ ਦੇ ਵਿੱਚ ਅਸੀਂ ਹਮੇਸ਼ਾ ਕੈਨੇਡੀਅਨ ਐਕਟਰਸ ਨੂੰ ਯੂਜ਼ ਕਰਦੇ ਹੈਗੇ ਹਾਂ। ਉਹਦੇ ਵਿੱਚ ਜਿੰਨੇ ਸਾਡੇ ਕੋਲੇ ਲੋਕਲ ਕਲਾਕਾਰ ਆਉਂਦੇ ਨੇ, ਉਹਨਾਂ ਨੇ ਕਿਸੇ ਨੇ ਵੀ ਇਹ ਕੋਰਸਿਸ ਵਗੈਰਾ ਨਹੀਂ ਲਏ। ਇਹ ਹੁੰਦਾ ਹੈ ਕਿ ਵਾਕ ਆਫ ਦ ਸਟਰੀਟ ਵੀ ਆਈ ਕੈਨ ਐਕਟ। ਪਰ ਪਿਛਲੀ ਵਾਰੀ ਆਪਣਾ ਸਰਦਾਰ ਜੀ ਫਿਲਮ ਵਾਸਤੇ ਆਈ ਥਿੰਕ ਵੀ ਇੰਟਰਵਿਊਡ ਅਬਾਊਟ 84 to 85 ਪੀਪਲ, ਜਿਨ੍ਹਾਂ ਦੇ ਵਿੱਚੋਂ ਅਸੀਂ 7-8 ਬੰਦੇ ਆਪਣਾ ਵਰਤੇ ਉਹਦੇ ਵਿੱਚੋਂ। ਕਹਿਣ ਦਾ ਭਾਵ ਹੈ ਕਿ ਇਫ ਯੂ ਡੂ ਯੋਰ ਹੋਮਵਰਕ ਫਸਟ, ਕੋਈ ਵੀ ਬਿਜ਼ਨਸ ਹੈਗੀ ਹੈ, ਪਹਿਲਾਂ ਤਾਂ ਮੈਂ ਇਹ ਬੜਾ ਕਲੀਅਰ ਕਰ ਦਿਆਂ, ਐਕਟਿੰਗ ਇਜ਼ ਅ ਬਿਜ਼ਨਸ। ਇਹਨੂੰ ਇੱਕ ਤਰ੍ਹਾਂ ਦੀ ਬਿਜ਼ਨਸ ਟਰੀਟ ਕਰੋ। ਤੁਸੀਂ ਆਪਦੀ ਬਿਜ਼ਨਸ ਚਲਾਉਣ ਨੂੰ ਜਿੰਨੇ ਟੂਲਸ ਇਕੱਠੇ ਕਰਦੇ ਹੋ, ਤੁਹਾਡਾ ਓਵਰਹੈਡ ਹੁੰਦਾ ਹੈਗਾ, ਔਰ ਉਹਦਾ ਜਿਹੜਾ ਕਾਸਟ ਵਗੈਰਾ ਹੈਗਾ ਉਹ ਤੁਸੀਂ ਦਿੰਦੇ ਹੋ, ਕਿਉਂਕਿ ਤੁਹਾਡੀ ਉਹ ਬਿਜ਼ਨਸ ਹੁੰਦੀ, ਉਹ ਤਾਂ ਤੁਸੀਂ ਰੋਟੀ ਖਾਣੀ ਹੁੰਦੀ ਹੈ। ਐਕਟਿੰਗ ਨੂੰ ਵੀ ਤੁਸੀਂ ਇੱਕ ਤਰ੍ਹਾਂ ਦੀ ਬਿਜ਼ਨਸ ਟਰੀਟ ਕਰੋ ਵੀ ਤੁਸੀਂ ਇਹ ਤੋਂ ਰੋਟੀ ਖਾਣੀ ਹੈ। ਇਸ ਬਿਜ਼ਨਸ ਨੂੰ ਚਲਾਉਣ ਦੇ ਵਾਸਤੇ ਤੁਹਾਨੂੰ ਕੀ ਕੀ ਕਰਨਾ ਚਾਹੀਦਾ? ਯੂ ਨੀਡ ਟੂ ਟੇਕ ਕੋਰਸਿਸ, ਯੂ ਨੀਡ ਟੂ ਬੀ ਪ੍ਰੀਪੇਅਰਡ, you have to have better headshots, you have to have a good agent. ਇਹ ਸਾਰੀਆਂ, ਸੋ ਨਵੇਂ ਐਕਟਰਸ ਨੂੰ they have to do their homework, what it would take to get started in being an actor. ਸਵੇਰੇ ਉੱਠ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਬਸ ਮੈਂ ਅੱਜ ਤੋਂ ਐਕਟਰ ਹੈਗਾ। It doesn't work that way. No, I noticed that especially in my times, like 10-15 years back. ਹੁਣ ਤਾਂ ਥੋੜਾ change ਹੋ ਗਿਆ maybe, as the world is changing, you know, Hindi films, the general film budgets are going up and but I found a lot, including myself, maybe it's the shikar si, you know, when you're 18 years old, 20 years old, somebody tells you ke thodi ta ye awaaz Amitabh Bachchan arge tusi lambe bhi ho there again, and then you all of a sudden you think if I ever get a chance in films ke main Amitabh de barabar hi kaam karunga, to cut nahi karunga kisi bhi. So I think a lot of people that I came across while we were doing our drama series and so forth came with just a passion alone ਕਿ ਜੀ ਅਸੀਂ ਉਹ ਸ਼ੌਂਕ ਜਿੱਦਾਂ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਆਵਾਜ਼ ਅੱਛੀ ਹੈ ਜਾਂ ਸ਼ਕਲ ਆਪਣੇ ਆਪ ਨੂੰ ਅੱਛੀ ਹਰੇਕ ਨੂੰ ਲੱਗਦੀ ਹੈ ਕਿ ਅਸੀਂ ਇਹਦੇ ਤੱਕ ਰੋਸ਼ਨ ਹੈ। So then this is I'm not condescending or making any bad remarks. Time ਦੀਆਂ ਗੱਲਾਂ ਹੁਣ as people are getting more educated, I think it's becoming ਅੱਛਾ। ਤੁਸੀਂ ਇੱਕ ਦੋ ਗੱਲਾਂ ਹੁਣ ਜਿੱਦਾਂ ਇੰਟਰਵਿਊ ਦੇ ਵਿੱਚ ਗੱਲਾਂ ਦੇ ਵਿੱਚੋਂ ਗੱਲਾਂ ਨਿਕਲਦੇ ਆ। One aspect ਜਿੱਥੇ ਅਸੀਂ stress ਕੀਤਾ ਸੀ was on your acting side. Also you're working very prominent role with White Hill Productions, jo ke Manmood Sidhu ji honi and his partner jo ke India de ne Basic Brothers is a company, Gunbir Sidhu ji, ਉਹਨਾਂ ਦੇ ਤੁਸੀਂ production manager ਦਾ ਵੀ ਨਾਲ are you able to are you able to juggle both roles as an actor and then as a production manager? ਕਿ difficult ਹੋ ਜਾਂਦਾ ਕਈ ਵਾਰੀ? ਬਹੁਤ ਜ਼ਿਆਦਾ difficult ਹੋ ਜਾਂਦਾ ਹੈ। ਮੈਂ ਤੁਹਾਨੂੰ ਐਗਜ਼ਾਮਪਲ ਹੀ ਦਿੰਦਾ ਵੀ ਸਰਦਾਰ ਜੀ ਦੀ ਸ਼ੂਟ ਵਿਕਟੋਰੀਆ 'ਚ 35 ਦਿਨ ਚੱਲੀ ਹੈ। 35 ਦਿਨ ਸਾਡਾ ਜਿਹੜਾ ਕਰੂ ਦਾ ਨੰਬਰ ਸੀਗਾ ਉਹ ਸੀ 57 ਪੀਪਲ। 57 ਪੀਪਲ ਨੂੰ ਰੋਜ਼ ਹੈਂਡਲ ਕਰਨਾ ਔਰ ਉਹਨਾਂ ਨੂੰ ਟਾਈਮ ਸਿਰ ਉੱਥੇ ਪਹੁੰਚਾਉਣਾ, ਐਕਟਰਸ ਨੂੰ ਉੱਥੇ ਲੈ ਕੇ ਜਾਣਾ ਸੈੱਟ 'ਤੇ। ਔਰ ਅਗਰ ਤੁਹਾਡਾ ਵਿੱਚ ਉਹਦੇ ਰੋਲ ਹੈਗਾ, ਤੁਹਾਨੂੰ ਡਾਇਲੋਗਸ ਦੇ ਦਿੰਦੇ ਵੀ ਆਹ ਢਿੱਲੋਂ ਸਾਹਿਬ ਆ ਤੁਹਾਡਾ ਪਾਰਟ ਹੈ, ਔਰ ਤੁਸੀਂ ਡਾਇਲੋਗਸ ਆਪਣੇ ਯਾਦ ਕਰ ਰਹੇ ਹੋ ਪਿੱਛੋਂ ਕਿ ਆਪਣੇ ਢਿੱਲੋਂ ਸਾਹਿਬ ਮੈਨੂੰ ਚਾਹ ਨਹੀਂ ਮਿਲੀ, ਉਹਦਾ ਚਾਹ ਦਾ ਇੰਤਜ਼ਾਮ ਕਰ ਦੋਗੇ। ਸੋ ਤੁਹਾਡੇ ਰੋਲਸ ਮਤਲਬ ਕਾਫੀ ਹੋ ਜਾਂਦੇ ਨੇ ਬੀਇੰਗ ਪ੍ਰੋਡਕਸ਼ਨ ਮੈਨੇਜਰ। ਬਟ ਕਿਉਂਕਿ ਜਦੋਂ ਤੁਸੀਂ ਇਸ ਮਹਿਕਮੇ 'ਚ ਆਉਂਦੇ ਹੋ ਫਿਲਮ ਮੇਕਿੰਗ ਦੇ ਵਿੱਚ, ਯੂ ਹੈਵ ਟੂ ਡੂ ਇਟ ਹੋਲ ਹਾਰਟedly। ਜੇ ਮਾੜਾ ਜਿਹਾ ਤੁਹਾਨੂੰ ਨਾ ਸ਼ੌਕ ਜਿਹਾ ਹੈਗਾ, ਡੋਂਟ ਡੂ ਇਟ। If you can eat, sleep and dream movies, and all you think is movies, ਔਰ ਤੁਹਾਨੂੰ ਫਿਰ ਜਿਹੜੀਆਂ ਔਖਿਆਈਆਂ ਆਉਂਦੀਆਂ ਨੇ ਉਹ ਤੁਹਾਨੂੰ ਫੀਲ ਨਹੀਂ ਹੁੰਦੀਆਂ, ਹਾਰਡ ਵਰਕ ਫੀਲ ਨਹੀਂ ਹੁੰਦਾ ਹੈਗਾ। ਜਿਹੜੇ ਔਨ ਐਵਰੇਜ ਜਿਹੜੇ ਪੰਜਾਬ ਤੋਂ ਫਿਲਮ ਐਜ਼ ਐਨ ਐਗਜ਼ਾਮਪਲ ਸਰਦਾਰ ਜੀ ਫਿਲਮ ਜਿਹਨਾਂ ਦਾ ਆਪਾਂ ਇੱਕ ਦੋ ਵਾਰੀ ਇੱਥੇ ਹੁਣ ਜ਼ਿਕਰ ਕੀਤਾ, is a film with Diljit Dosanjh in the lead role, Neeru Bajwa, Mandy Thakkar, ਹੋਰ ਵੀ ਕਈ ਸਾਰੇ ਪੰਜਾਬੀ ਫਿਲਮਾਂ, ਜਸਵਿੰਦਰ ਭੱਲਾ was in there, ਭੱਲਾ ਸਾਹਿਬ ਹੈਗੇ ਨੇ। ਤੇ I was just going to ask you, ਜਿਹੜੇ ਔਨ ਐਵਰੇਜ ਪੰਜਾਬ ਤੋਂ ਯੂਨਿਟ ਆਉਂਦੇ ਨੇ ਸ਼ੂਟ ਕਰਨ,
In terms of ਉਹਨਾਂ ਦੇ roughly in terms of just the numbers alone, ਕਿੰਨੇ ਕੁ unit ਦੇ ਵਿੱਚ ਬੰਦੇ ਆਉਂਦੇ ਹੁੰਦੇ ਆ from like about 20-25 people come? Usually I would say average ਜਿਹੜੀ ਹੈਗੀ ਹੈ ਉਹ between 25 and 30 people ਦੀ average ਹੁੰਦੀ ਹੈ ਜਿਹੜੇ behind the scenes ਕੰਮ ਕਰਦੇ behind the scenes ਜਿਹੜੇ ਬੰਬੇ ਤੋਂ ਆਉਂਦੇ ਨੇ ਤੇ ਬਾਕੀ ਇੱਥੋਂ ਵੀ ਕੁਝ ਬਾਕੀ ਇੱਥੋਂ ਦਾ ਕਰੂ ਹੁੰਦਾ ਹੈ ਹੁਣ ਜਿਵੇਂ ਗ੍ਰਿਪ ਡਿਪਾਰਟਮੈਂਟ ਹੈ ਜਿਹੜੇ ਬਿਜਲੀ ਵਾਲੇ ਹੁੰਦੇ ਨੇ 10 ਬੰਦੇ ਉਹਨਾਂ ਦੇ ਹੁੰਦੇ ਨੇ ਫਿਰ ਆਹ ਕੇਟਰਿੰਗ ਦੇ ਐਡ ਕਰ ਲਓ ਫਿਰ ਤੁਸੀਂ ਸਾਊਂਡ ਵਾਲੇ ਐਡ ਕਰ ਲਓ ਤੇ ਜਾਣੀ ਕਾਫੀ ਵੱਡਾ ਕਰੂ ਬਣ ਜਾਂਦਾ ਹੈਗਾ Okay, ਹੁਣ ਮੈਂ quickly I'm going to take another break here. We'll be right back with another part of the interview with Dave. So I'll join you right after these messages. ਜਦ ਮੈਂ ਨਿੱਕਾ ਹੁੰਦਾ ਸੀ ਮੇਰੀ ਮਾਂ ਮੇਰੇ ਪੁੱਟੇ ਹਰ ਕਦਮ ਦਾ ਧਿਆਨ ਰੱਖਦੀ ਸੀ ਉਸਨੇ ਹਮੇਸ਼ਾ ਮੇਰੇ ਆਲੇ ਦੁਆਲੇ ਦਾ ਧਿਆਨ ਰੱਖਿਆ ਇੱਥੋਂ ਤੱਕ ਕਿ ਮੇਰੇ ਸੁਪਨਿਆਂ ਦਾ ਵੀ ਉਸਨੇ ਮੈਨੂੰ ਸਿਖਾਇਆ ਕਿ ਆਪਣੇ ਸਮਾਜ ਦੀ ਭਲਾਈ ਕਿਸੇ ਪ੍ਰਸਿੱਧੀ ਲਈ ਨਹੀਂ ਬਲਕਿ ਇੱਕ ਚੰਗੇ ਗੁਆਂਢੀ ਹੋਣ ਦੇ ਨਾਤੇ ਕਰਨੀ ਚਾਹੀਦੀ ਹੈ ਮੈਂ ਹਾਂ ਸੰਦੀਪ ਆਹੂਜਾ ਤੇ ਮੈਂ ਪੰਜਾਬ ਇੰਸ਼ੋਰੈਂਸ ਰਾਹੀਂ ਆਪਣੇ ਸਮਾਜ ਦੇ ਸੁਪਨਿਆਂ ਦੀ ਰਾਖੀ ਕਰ ਰਿਹਾ ਹਾਂ ਪੰਜਾਬ ਇੰਸ਼ੋਰੈਂਸ ਦੁਨੀਆ ਭਰ ਦੀਆਂ ਬਿਹਤਰੀਨ ਬੀਮਾ ਕੰਪਨੀਆਂ ਦੇ ਨਾਲ ਰਲ ਕੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਹੱਕਾਂ ਦੀ ਰਾਖੀ ਕਰ ਰਹੀ ਹੈ ਪੰਜਾਬ ਇੰਸ਼ੋਰੈਂਸ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ ਇੱਕ ਭਰੋਸੇਮੰਦ ਇੰਸ਼ੋਰੈਂਸ ਪਲਾਨ ਦੇ ਨਾਲ Well, welcome back, folks. Now we're on to part 3 of our interview here with Devinder Dhillon, ਜੋ ਕਿ ਅਸੀਂ ਹੁਣੀ ਤੁਹਾਨੂੰ ਪਿਛਲੇ segments 'ਚ ਦੱਸ ਚੁੱਕੇ ਨੇ. He's a production manager with White Hill Productions. Also, he's a very well-known actor now. And Dave, ਅਸੀਂ break ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਅਸੀਂ ਕਰੂ ਦੀ ਵੀ ਐਡਾ ਬੜਾ ਕਰੂ ਹੋ ਜਾਂਦਾ ਆ ਉਹਨਾਂ ਨੂੰ ਇੱਥੇ ਫਲਾਈ ਕਰਨਾ. What I'm trying to tie it into is the ਖਰਚਾ of a film. ਖਰਚੇ ਦੇ ਆਪਾਂ ਸਪੈਸੀਫਿਕ ਗੱਲ ਨਹੀਂ ਕਰਨੀ ਕਿ ਕਿੰਨਾ ਖਰਚਾ ਹੁੰਦਾ but overall ਜਿਹੜੀ ਇੱਕ ਪੰਜਾਬੀ ਫਿਲਮ ਨੂੰ ਮੈਂ ਤੁਹਾਨੂੰ ਆਫ ਸਕਰੀਨ ਵੀ ਦੱਸ ਰਿਹਾ ਸੀਗਾ ਜਿੱਦਾਂ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਕਿ when you discuss ਪੰਜਾਬੀ film finance with people a lot of people have this negative connotation meaning ਕਿ ਉਹ ਜੀ ਬਹੁਤ ਜ਼ਿਆਦਾ ਰਿਸਕ ਆ I wanted to basically touch on this subject ਕਿ ਜੇ ਤੁਸੀਂ ਫਰਜ਼ ਕਰੋ ਕਿਸੇ ਬੰਦੇ ਨੂੰ ਜਾ ਕੇ ਟਰੱਕਿੰਗ ਕੰਪਨੀ ਦਾ ਪ੍ਰਪੋਜ਼ਲ ਦਿੰਦੇ ਆ ਜਾਂ ਘਰ ਬਣਾਉਣ ਦਾ ਪ੍ਰਪੋਜ਼ਲ ਦਿੰਦੇ ਆ ਕਿ ਜੀ ਘਰ ਬਣਾ ਕੇ ਵੇਚਾਂਗੇ they very quickly understand it. What is the core reason behind the fact that ਕਿ ਪੰਜਾਬੀ ਫਿਲਮ ਇੰਡਸਟਰੀ ਤੋਂ ਬਹੁਤ ਲੋਕੀ ਕਿਉਂਕਿ ਇੱਥੇ ਵੀ ਬਹੁਤ ਸਾਰੇ ਪੈਸੇ ਵਾਲੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਸ਼ੌਂਕ ਹੈਗਾ ਆ ਅਗੇਨ ਉਹੀ ਗੱਲ ਮੇਰੇ ਖਿਆਲ ਐਕਟਿੰਗ ਵਾਲੇ ਆ ਜਾਂਦੇ ਵੀ even as an investor you really shouldn't be putting money into a film just because ਤੁਹਾਨੂੰ ਸ਼ੌਂਕ ਹੈ ਤੁਹਾਨੂੰ knowledge ਵੀ ਹੋਣੀ ਚਾਹੀਦੀ ਹੈ ਔਰ ਤੁਹਾਡਾ ਜਿਹੜਾ ਪ੍ਰੋਡਿਊਸਰ ਹੈ ਜਿਸ ਤਰ੍ਹਾਂ ਆਪਾਂ ਮਨਮੋਹਨ ਦੀ ਗੱਲ ਕਰਦੇ ਸੀ who was well trained in the field right so ਉਹ ਤੁਹਾਡਾ ਜੇ ਮੋਰੀ ਏਦਾਂ ਦਾ ਬੰਦਾ ਮੋਰੀ ਹੋਵੇ ਤਾਂ he can handle all this ਉਹਨਾਂ ਨੂੰ ਪਤਾ ਵੀ ਕਿੰਨਾ ਪੈਸਾ ਲਾ ਕੇ ਤਾਂ ਕਿੰਨੀ ਰਿਕਵਰੀ ਹੋ ਸਕਦੀ so why do you find in general do you find ਕਿ it's difficult ਕਿ ਜਿੱਦਾਂ ਜਿਹੜਾ ਪੈਸੇ ਦਾ structure ਕਰਨਾ ਉਹਨੂੰ like you know there's not very many big time film producers White Hill is one of them but there's a lot of people ਜਿਨ੍ਹਾਂ ਨੂੰ again ਥੋੜਾ you know ਇੱਧਰੋਂ ਉੱਧਰ ਹੱਥ ਮਾਰ ਕੇ they do things but they're not able ਇਹਦੇ ਪਿੱਛੇ ਤੁਹਾਡਾ ਕੀ ਖਿਆਲ ਹੈ what is it just a fact ਕਿ ਹਲੇ ਤਾਂ ਇੱਥੇ ਇੰਡਸਟਰੀ ਇੰਨੀ established ਨਹੀਂ ਹੋਈ ਹੈਗੀ like we don't for instance we don't have any real big stars ਜਿਹੜੇ ਇੱਥੇ locally homegrown ਇੱਥੇ ਦੇ born ਹੋਣ we're still reliant on ਜਿੱਦਾਂ ਦਿਲਜੀਤ ਹੋਇਆ ਗਿੱਪੀ ਗਰੇਵਾਲ so ਕਿੰਨਾ ਕੁ time ਲੱਗੂਗਾ before we're able to change these things and start doing some film productions here in Canada for Punjabi films for Hindi films whatever as an example ਤੁਹਾਡਾ ਕੀ ਖਿਆਲ ਹੈ ਇਸ ਚੀਜ਼ ਬਾਰੇ ਪਹਿਲਾਂ ਤਾਂ ਵਿਕਰਮ ਕੋਈ ਵੀ ਚੀਜ਼ ਕੋਈ ਵੀ ਬਿਜ਼ਨਸ ਨੂੰ ਚਲਾਉਣ ਦੇ ਵਾਸਤੇ ਉਹਦੀ ਅੰਡਰਸਟੈਂਡਿੰਗ ਹੋਣੀ ਬੜੀ ਜ਼ਰੂਰੀ ਹੈ ਜਿਵੇਂ ਮੈਂ ਕਹਿ ਚੁੱਕਿਆ ਵੀ ਮੂਵੀ ਮੇਕਿੰਗ ਇਜ਼ ਆਲਸੋ ਅ ਵੈਰੀ ਬਿਗ ਬਿਜ਼ਨਸ ਅਗਰ ਤੁਹਾਨੂੰ ਇਹਦੇ ABCs ਨਹੀਂ ਪਤਾ ਹੈਗੇ ਨੇ ਔਰ ਮੈਂ ਸ਼ੋਰ ਹੈਗਾ ਕਿ ਜਦੋਂ ਸਨੀ ਜਾਂ ਮਨਮੋਹਨ ਇਸ ਫੀਲਡ ਵਿੱਚ ਆਇਆ ਅਸੀਂ ਲਾਈਟਾਂ ਚੱਕਣ ਤੋਂ ਸ਼ੁਰੂ ਕੀਤਾ ਸੀਗਾ ਜਾਂ ਕੈਮਰੇ ਦੇ ਪਿੱਛੇ ਸਟੈਂਡ ਲਾਉਣ ਵਾਲੇ ਸੀਗੇ ਅਸੀਂ ਉੱਥੋਂ ਸ਼ੁਰੂ ਕੀਤਾ ਸੋ ਬੇਸਿਕਸ ਤੋਂ ਲੈ ਕੇ ਅਸੀਂ ਹਰ ਇੱਕ ਸਟੇਜ ਤੋਂ ਲੰਘੇ ਹੋਏ ਹਾਂ ਸਾਨੂੰ ਪਤਾ ਹੈ ਵੀ ਕਿੱਥੇ ਕਿੱਥੇ ਮਿਹਨਤ ਕਰਨੀ ਪੈਣੀ ਹੈ ਕਿਹੜਾ ਕਿਹੜਾ ਪੈਸਾ ਲੱਗਦਾ ਹੁਣ ਤੁਸੀਂ ਇੱਕ ਉਦਾਹਰਨ ਮੈਂ ਤੁਹਾਨੂੰ ਦਿੰਦਾ ਚੰਡੀਗੜ੍ਹ ਦੇ ਵਿੱਚ 2 ਸਾਲ ਪਹਿਲਾਂ ਇੱਕ ਮੈਂ ਸਰਵੇ ਪੜ੍ਹਿਆ ਸੀਗਾ ਉਹਦੇ ਵਿੱਚ ਕਹਿੰਦੇ ਸੀ ਵੀ 35 ਫਿਲਮਾਂ ਚੰਡੀਗੜ੍ਹ ਤੋਂ ਰਿਲੀਜ਼ ਹੋਈਆਂ ਨੇ ਪੰਜਾਬੀ ਦੀਆਂ ਫਿਲਮਾਂ ਜਿਨ੍ਹਾਂ ਦੀ ਐਵਰੇਜ ਸੀਗੀ 6 ਤੋਂ 7 ਕਰੋੜ ਰੁਪਈਆ ਮੇਕਿੰਗ ਜੀ ਹਾਂਜੀ ਫॉर ਈਚ ਫਿਲਮ ਉਹਨਾਂ ਦੇ ਵਿੱਚੋਂ ਜਿਹੜੀ ਉਹਨਾਂ ਦੀ ਇਨਕਮ ਆਈ ਸੀਗੀ ਕਈਆਂ ਦੀ 2 ਲੱਖ ਕਈਆਂ ਦੀ 3 ਲੱਖ
ਕਈਆਂ ਦੇ 70,000 ਤੇ ਆ ਕੇ ਖੜ ਗਿਆ ਕੰਮ। ਕਿਉਂ? ਅਨਐਕਸਪੀਰੀਅੰਸ ਪੀਪਲ ਜਿਹੜੇ ਫਿਲਮਾਂ ਬਣਾਉਣ ਲੱਗ ਪਏ ਸੀਗੇ। ਮੈਂ ਸੁਣਿਆ ਸੀ ਵੀ ਕਿਸੇ ਰੀਅਲਟਰ ਨੂੰ ਥੋੜ੍ਹਾ ਜਿਹਾ ਪੈਸਾ ਬਣਦਾ, ਉਹਨੂੰ ਸੈਲਿੰਗ ਵਾਲੇ ਜਿਹੜੇ ਉਹਨਾਂ ਨੂੰ ਇਸ ਲਾਈਨ 'ਚ ਖਿੱਚਣ ਵਾਲੇ ਨੇ, ਉਹ ਫਾਲਸ ਪ੍ਰੋਮਿਸਿਸ ਦੇ ਕੇ ਉਹਨਾਂ ਨੂੰ ਇਨਵੈਸਟ ਕਰਾ ਲੈਂਦੇ ਸੀਗੇ, ਬਿਕੋਜ਼ ਦੇ ਹੈਡ ਨੋ ਆਈਡੀਆ। ਉਹ ਉਹਨਾਂ ਦੀ ਗੱਲ ਦੇ ਉੱਤੇ ਡਿਪੈਂਡ ਕਰਦੇ ਸੀ। ਤੀਜੀ ਔਰ ਚੌਥੀ ਗੱਲ ਹੈਗੀ ਹੈ ਅਨਐਕਸਪੀਰੀਅੰਸ, ਨਾ ਇਹਨਾਂ ਪੈਸਾ ਹੋਣਾ, ਐਂਡ ਹਾਇਰਿੰਗ ਨॉन tradable faces ਜਾਂ non recognizable faces। ਉਹ ਫਿਰ ਇਨਐਕਸਪੀਰੀਅੰਸ ਦਾ ਹਿੱਸਾ ਹੋ ਗਿਆ। ਹਾਂਜੀ ਹਾਂਜੀ, ਇਨਐਕਸਪੀਰੀਅੰਸ ਦਾ ਹੋ ਗਿਆ। ਥੋੜ੍ਹੀ ਫਿਲਮ ਦੇ ਨਾਲ ਫਿਲਮ ਦੀ ਕੁਆਲਿਟੀ ਜਿਹੜੀ ਹੈਗੀ ਹੈ, ਕਿਉਂਕਿ ਅਗਰ ਤੁਸੀਂ ਉਸੇ ਸਟੋਰੀ ਨੂੰ ਬਾਹਰ ਲੈ ਕੇ ਆਉਂਦੇ ਹੋ, ਇੰਟਰਨੈਸ਼ਨਲ ਆ ਕੇ ਇੱਥੋਂ ਦੇ ਸੀਨਸ ਨਾਲ ਸ਼ੂਟ ਕਰਦੇ ਹੋ, ਯੂ ਨੀਡ ਮਨੀ ਫॉर दैट। ਇੰਨੇ ਜਾਣੇ ਇੰਡੀਆ ਤੋਂ ਲੈ ਕੇ ਆਉਣੇ, ਇੱਥੇ ਠਹਿਰਾਉਣਾ, ਉਹਨਾਂ ਦੀ ਟਿਕਟਾਂ ਤੁਸੀਂ ਦੇਣੀਆਂ, ਉਹਨਾਂ ਦੀ ਰਿਹਾਇਸ਼ ਦਾ ਖਰਚਾ ਦੇਣਾ, ਡੇਢ ਮਹੀਨਾ ਉਹਨਾਂ ਨੂੰ ਇੱਥੇ ਸਾਂਭਣਾ, ਇਹ ਮੁਫਤ ਨਹੀਂ ਆਉਂਦਾ ਹੈਗਾ। ਆਲ ਦਿਸ ਕਾਸਟ ਮਨੀ। ਇਫ ਯੂ ਆਰ ਹਾਇਰਿੰਗ recognized faces, नीरू बाजवा है या मैडी तक्कर है या दलजीत है, जिन्ने भी फेमस नाम ने, दे all cost money and they know their value। अगर तुसी इन्हां नूं हायर करदे हो, एक तां तुहानूं पता लगदा है कि जदों तुहाडी फिल्म रिलीज़ होएगी, जिहड़े तुहाडे दर्शक ने इन्हां नूं वेखण वाले, उन्हां नूं पता तां है ना भी किहदी फिल्म वेखण चले ने। अगर अनरैकगनाइजेबल नेम्स हैगे ने, अगले ने कहना भी मैं 5 जणिਆਂ ਨੂੰ ਲੈ ਕੇ ਚੱਲਿਆ, ਮੇਰੇ $50 ਦੇ ਤਾਂ ਸਿਰਫ ਟਿਕਟ ਆਉਣੇ ਨੇ, ਬਾਕੀ ਉਹ ਪੌਪਕੌਰਨ ਤੇ ਜੇ ਉਹਦਾ ਤੁਸੀਂ ਲਾਓ $100 ਖਰਚ ਕੇ ਬੰਦਾ ਫਿਲਮ ਵੇਖਣ ਜਾਂਦਾ ਹੈ। ਅਗਰ ਤੁਹਾਨੂੰ ਐਕਟਰ ਹੀ ਨਹੀਂ ਪਤਾ ਵੀ ਉਹ 'ਚ ਕੌਣ ਹੈਗੇ ਹੈ, ਕੋਈ ਅਨਰੈਕਗਨਾਈਜ਼ਡ ਡਾਇਰੈਕਟਰ ਉਹਦਾ ਹੈਗਾ, ਯਾਨੀ ਸਾਰਾ ਕਰੂ ਹੀ ਉਹੋ ਜਿਹਾ ਹੈਗਾ, ਯੂ ਵਿਲ ਗੈਟ ਦ ਕੁਆਲਿਟੀ ਜਿਹੜੀ ਕਿ ਉਹਨਾਂ ਨੇ ਬਣਾਈ ਹੈਗੀ ਹੈ, ਔਰ ਤੁਸੀਂ ਅੱਗੇ ਤੋਂ ਉਸ ਇਹੋ ਜਿਹੀਆਂ ਫਿਲਮਾਂ 'ਤੇ ਟਿਕਟ ਨਹੀਂ ਖਰਚ ਕੇ ਜਾਓਗੇ। ਸੋ ਦ ਹੋਲ ਥਿੰਗ ਇਜ਼ ਕਿ ਅਗਰ ਤੁਸੀਂ ਇਸ ਫੀਲਡ ਵਿੱਚ ਆਉਣਾ, ਯੂ ਬੈਟਰ ਨੋ ਵਾਟ ਯੂ ਆਰ ਸਟੈਪਿੰਗ ਇਨਟੂ। At Navraj Fashion, you will find ready-made suits, saris with ready-made blouses, artificial jewelry, kids' clothing, men's clothing, and separate ready-made blouses, and a great variety of accessories. Navraj Fashion does custom orders. If you have anything in mind, let Navraj know, and they can order it for you. Navraj has the latest designs and will help you at their fullest. Come down to Navraj and see for yourself. Navraj Fashion, a friend who knows fashion. आयशा मेडिकल क्लिनिक सरी और डेल्टा के लोगों के लिए ब्रार प्लाजा में खुल गया है आयशा मेडिकल क्लिनिक, ठीक स्कॉट रोड और 94th एवेन्यू पर। यहाँ पर डॉक्टर हसन और डॉक्टर रजा की एक्सपीरियंस टीम लेटेस्ट टेक्नोलॉजी से आपका इलाज करेगी। न्यू पेशेंट्स एंड वॉक-इन्स आर ऑलवेज वेलकम। याद रखिए, हम हिंदी, पंजाबी, अंग्रेजी और फिजियन भाषा में बात करते हैं। कॉल करें 604-587-5137। रब की कहानी है इश्क कोई, दिल की दीवानी है इश्क कोई, महकी सी प्याली है इश्क कोई, सुबह की लानी है इश्क, गिरता सा झरना है इश्क कोई, उठता सा कलमा है इश्क कोई, सांसों में लिपटा है इश्क कोई, आंखों में दिखता है इश्क मेरे दिल। मैं अक्सर जिदा पिछले ਹੁਣ 5-10 ਸਾਲ ਤੋਂ ਦੇਖਿਆ, and this is my own theory and you're somewhat backing it up, ਕਿ ਕਈ ਜਿੱਦਾਂ ਹੁਣ ਪੰਜਾਬ ਦੇ ਵਿੱਚ ਜ਼ਮੀਨ ਦੀਆਂ ਪ੍ਰਾਈਸਾਂ ਬਹੁਤ ਉੱਪਰ ਚਲੇ ਗਈਆਂ, ਤਾਂ ਜਿਹੜਾ ਆਪਣੇ ਕੋਈ ਰਿਚ ਫੈਮਿਲੀ ਨੂੰ ਬਿਲੋਂਗ ਕਰਦਾ, ਜਿਹਦੇ ਬਾਪ ਦਾਦੇ ਨੇ ਅੱਛੇ ਪੈਸੇ ਬਣਾਏ ਆ ਜ਼ਮੀਨ ਵਾ, ਉਹ ਕਹਿੰਦਾ ਯਾਰ 2 ਖੇਤ ਵੇਚ ਕੇ ਇੱਕ ਫਿਲਮ ਬਣਾ ਲੈਂਦੇ ਆ ਤੇ ਸ਼ੌਂਕ ਹੀ ਪੂਰਾ ਹੋ ਜਾਊ। ਉਹ ਪ੍ਰੋਬਲਮ ਇਹ ਹੋ ਜਾਂਦੀ, ਉਹ ਸ਼ੌਂਕ ਪੂਰਾ ਕਰਦੇ ਕਰਦੇ ਉਸ ਜਿਹੜੇ ਲੈਜਿਟਿਮੇਟ ਪ੍ਰੋਡਿਊਸਰ ਹੁੰਦੇ ਨੇ ਉਹਨਾਂ ਦਾ ਨੁਕਸਾਨ ਕਰ ਜਾਂਦੇ, ਬਿਕਾਜ਼ ਲੋਕੀ ਫਿਰ ਇੱਦਾਂ ਦੇ ਫਿਗਰ ਦੇਖਦੇ ਜੀ ਕਿ 5 ਕਰੋੜ ਲਾ ਕੇ ਤਾਂ 1 ਕਰੋੜ ਦੀ ਰਿਕਵਰੀ ਹੋਈ ਆ। I've often noticed this to be a problem। ਹੁਣ ਥੋੜਾ ਜਿਹਾ ਆਈ ਥਿੰਕ ਜਿੱਥੇ ਤੱਕ ਮੈਨੂੰ ਪਤਾ ਵੀ ਥੋੜੇ ਜਿਹੇ ਹੁਣ ਫਿਲਮ ਪ੍ਰੋਡਕਸ਼ਨ ਅੰਡਰ ਕੰਟਰੋਲ, ਥੋੜੀ ਸਟ੍ਰੀਮਲਾਈਨ ਹੋਣੀ ਸ਼ੁਰੂ ਹੋਈ ਹੈ। ਇਹੋ ਜਿਹੀ ਫਿਲਮਾਂ ਬਣਾਉਣ ਵਾਲੇ ਸੀ ਘੱਟ ਗਏ ਨੇ। ਇਹ ਦੱਸੋ, ਕਈ ਵਾਰੀ ਮੈਂ ਤੁਹਾਡੇ ਨਾਲ ਲੱਗਿਆ ਆਫ ਸਕਰੀਨ ਇੱਕ ਵਾਰੀ ਗੱਲ ਕੀਤੀ ਸੀ ਕੱਲ ਪਰਸੋਂ ਹੀ, ਕਿ ਈਵਨ ਜੇ ਤੁਸੀਂ ਬਿਗ ਸਟਾਰ ਕਾਸਟ ਵੀ ਲੈਂਦੇ ਆ, ਕਈ ਵਾਰੀ ਇਟਸ ਸਟਿਲ ਅ ਵੈਰੀ ਰਿਸਕੀ ਪ੍ਰੋਪੋਜੀਸ਼ਨ। ਆਈ ਵੁਡਨਟ ਸੇ, ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਵੀ ਫਿਲਮ ਮੇਕਿੰਗ,
ਬਟ ਜਿੱਦਾਂ ਹੁਣ ਐਜ਼ ਐਨ ਐਗਜ਼ਾਮਪਲ ਮੈਂ ਤੁਹਾਨੂੰ ਉਦੋਂ ਦੱਸ ਰਿਹਾ ਸੀਗਾ ਕਿ ਜੈਜ਼ੀ ਬੀ ਦੀ ਫਿਲਮ ਸੀ ਰੋਮੀਓ ਰਾਂਝਾ, ਹਾਂਜੀ ਹਾਂਜੀ, ਯਾ, ਜਿਹੜੀ ਕਿ ਆਪਣੇ ਮਨਮੋਹਨ ਨੇ ਹੀ ਪ੍ਰੋਡਿਊਸ ਕੀਤੀ ਸੀ, ਜੀ, ਐਂਡ ਮੈਂ ਬਹੁਤ ਇੰਜੋਏ ਕੀਤੀ ਫਿਲਮ। ਆਈ ਸੈਂਡ ਮਾਈ ਵਾਈਫ ਟੂ ਗੋ ਸੀ ਇਟ ਆਫਟਰਵਰਡਸ, ਐਂਡ ਯੂ ਨੋ ਹਰੇਕ ਦਾ ਆਪਣਾ ਆਪਣਾ ਟੇਸਟ ਹੁੰਦਾ ਜੀ। ਜਿੱਦਾਂ what are the factors that determine ਜੈਜ਼ੀ ਬੀ ਦੇ ਹੁੰਦੇ ਹੋਏ ਗੈਰੀ ਸੰਧੂ ਜੋ ਕਿ ਬਹੁਤ ਅੱਛੇ ਵੈਰੀ ਗੁੱਡ ਲੁਕਿੰਗ ਗਾਏ, ਅੱਛੀ ਐਕਟਿੰਗ ਕਰਨ ਵਾਲੇ, ਜੀ ਜੀ, ਕੀ ਫੈਕਟਰਸ ਹੁੰਦੇ ਜਿਹੜੇ ਕਈ ਵਾਰੀ ਫਿਲਮ ਨੂੰ ਉਸ ਉਚਾਈ ਤੱਕ ਨਹੀਂ ਪਹੁੰਚਾਦੇ, whereas ਦਿਲਜੀਤ ਜੱਟ ਐਂਡ ਜੂਲੀਅਟ broke all kinds of records? ਜੀ। ਤੇ ਤੁਹਾਡੇ ਖਿਆਲ ਨਾਲ ਉਸ ਫਿਲਮ ਦੇ ਇਨ ਪਰਟੀਕੁਲਰ if we focus on that ਵੀ ਕੀ ਹੋ ਸਕਦੇ ਜਿੱਦਾਂ ਰੋਮੀਓ ਰਾਂਝਾ was directed by ਨਵਨੀਤ ਹੈਗੇ ਨੇ ਡਾਇਰੈਕਟਰ। ਹਾਂਜੀ। ਜਿਹੜੀਆਂ ਰੋਮੀਓ ਜਿਹੜੇ ਜੱਟ ਐਂਡ ਜੂਲੀਅਟ ਸੀਗੇ ਉਹਨਾਂ ਦਾ ਡਾਇਰੈਕਟਰ ਕੋਈ ਹੋਰ ਸੀਗਾ, ਓਕੇ, ਠੀਕ ਹੈ। ਉਹਨਾਂ ਦੀ ਟਾਈਪ ਫਿਲਮ ਬਣਨੀ ਔਰ ਉਹਦੇ ਵਿੱਚ ਦਲਜੀਤ ਨੂੰ ਲੈਣਾ। ਦਲਜੀਤ ਇੱਕ ਬੜਾ ਲੇਡ ਬੈਕ ਐਕਟਰ ਹੈਗਾ ਜਿਹੜਾ ਕਿ ਲੋਕਾਂ ਦੇ ਦਿਲ ਵਿੱਚ ਵੜ ਚੁੱਕਾ ਹੈ। ਜੈਜ਼ੀ ਬੀ ਇੱਕ ਰੌਕ ਸਟਾਰ ਹੈ ਜਿਹੜਾ ਕਿ ਆਪਦੇ ਸੰਗੀਤ ਰਾਹੀਂ ਲੋਕਾਂ ਦੇ ਦਿਲ ਵਿੱਚ ਵੜਿਆ ਹੋਇਆ। ਇਹ ਹੁਣ ਜ਼ਰੂਰੀ ਨਹੀਂ ਹੁੰਦਾ ਕਿ ਗਾਉਣ ਵਾਲਾ ਸੇਮ ਟਾਈਮ ਇੱਕ ਚੰਗਾ ਐਕਟਰ ਵੀ ਹੋਵੇ। ਉਹਨਾਂ ਦੀਆਂ ਅਗਰ ਤੁਸੀਂ ਮਿਊਜ਼ੀਕਲ ਵੀਡੀਓਜ਼ ਵੇਖੀਆਂ ਬਣੋ ਜੈਜ਼ੀ ਬੀ ਦੀਆਂ, they look beautiful. Oh yes, he's a world. ਪਰ ਅਗਰ ਕੈਰੈਕਟਰ ਦੇ ਤੌਰ ਤੇ ਤੁਸੀਂ ਕਿਸੇ ਫਿਲਮ 'ਚ ਆਉਂਦੇ ਹੈਗੇ ਹੋ ਜਾਂ ਤੁਹਾਨੂੰ ਯੂਜ਼ ਕੀਤਾ ਜਾਂਦਾ ਹੈ, there is lots of work, lots of training that needs to be done. ਸੋ ਇਸ ਫਿਲਮ ਦਾ ਜਿਹੜਾ ਫਾਰਮੂਲਾ ਸੀਗਾ ਕਿ ਠੀਕ ਹੈ, when you make an action film you don't need a named star, ਕਿਉਂਕਿ ਲੋਕ ਐਕਸ਼ਨ ਨੂੰ ਵੇਖਣ ਜਾਂਦੇ ਨੇ, ਉਹਦੇ ਵਿੱਚ ਐਕਟਿੰਗ ਜਿਹੜੀ ਹੁੰਦੀ ਉਹਦੇ ਤੇ ਘੱਟ ਐਮਫਸਾਈਜ਼ ਕੀਤਾ ਜਾਂਦਾ ਹੈਗਾ। ਇਹਦੇ ਵਿੱਚ ਲੋਕ ਉਸ ਵੇਲੇ ਦੀਆਂ ਐਕਸ਼ਨ ਫਿਲਮਾਂ ਵੇਖ ਕੇ it didn't appeal to them. ਸੋ ਟਾਈਮਿੰਗ ਤੇ ਵੀ ਡਿਪੈਂਡੈਂਟ ਹੁੰਦਾ, ਟਾਈਮਿੰਗ ਦੇ ਉੱਤੇ ਬੜਾ ਡਿਪੈਂਡ ਕਰਦਾ ਮਾਰਕੀਟ ਦੇ ਵਿੱਚ ਕਿਹੋ ਜਿਹੀਆਂ ਫਿਲਮਾਂ ਚੱਲ ਰਹੀਆਂ ਨੇ, ਐਂਡ people see the same thing done over and over. ਇਹੀ ਕਾਮੇਡੀ ਦਾ ਹਾਲ ਹੋਇਆ ਸੀ, ਜਿਵੇਂ ਤੁਹਾਨੂੰ ਯਾਦ ਹੈ। ਜੀ, ਮੈਨੂੰ ਇੱਕ ਚੀਜ਼ ਦੱਸੋ, ਜਿਹੜਾ ਜਿੱਦਾਂ ਹੁਣ ਦਿਲਜੀਤ, ਗਿੱਪੀ ਗਰੇਵਾਲ, ਆਪਾਂ ਜੈਜ਼ੀ ਨੂੰ ਪਾ ਲਓ ਜਾਂ ਗੈਰੀ ਸੰਧੂ ਨੂੰ ਇਸ ਵੇਲੇ ਪਾ ਲਓ, ਹਾਂਜੀ, he is not in that category, ਪਰ ਆਪਾਂ how long are we going to be reliant on just these 2 or 3 big names? ਆਪਾਂ ਨੂੰ how is the Punjabi film industry going to bring in some other, ਜਿੱਦਾਂ ਹੁਣ ਮੈਂ ਇਹਨਾਂ ਦਾ ਕਾਮਨ ਲਿੰਕ ਹੀ ਹੈਗਾ, they're singers. ਜੀ ਤੇ ਜਿੱਦਾਂ ਹੁਣ ਆਪਾਂ ਗੱਲਬਾਤ ਕਰ ਰਹੇ, ਇਸ ਤਰ੍ਹਾਂ ਲੱਗਦਾ ਕਿ it's very difficult for an average person who's a good actor, you know how you say name value ਬਹੁਤ ਜ਼ਰੂਰੀ ਆ, ਇਹ ਕਿੱਦਾਂ ਚੇਂਜ ਹੋ ਸਕਦਾ ਹੈ? Will it ever change, or is it always going to be reliant on just ਵੀ ਤੁਹਾਡਾ ਨਾਮ ਪਹਿਲਾਂ ਬਣਿਆ ਹੋਣਾ ਚਾਹੀਦਾ, ਤੁਹਾਡਾ ਫੇਸ ਬਣਿਆ, ਰੈਕਗਨੀਸ਼ਨ ਹੋਣੀ ਚਾਹੀਦੀ ਆ? ਨਹੀਂ, ਇਹ ਨਹੀਂ ਗੱਲ ਹੈ ਵਿਕਰਮ। ਆਪਣਾ ਤੁਸੀਂ ਵੇਖੋ ਨਾ ਵੀ ਬਾਲੀਵੁੱਡ ਦੇ ਵਿੱਚ ਬੜੇ ਅਨਰੈਕਗਨਾਈਜ਼ੇਬਲ ਫੇਸਿਸ ਆਏ ਨੇ ਜਿਹੜੇ ਕਿ ਬੜੇ ਕਾਮਯਾਬ ਹੋ ਗਏ ਨੇ, ਪਰ ਉਹਨਾਂ ਦੇ ਪਿੱਛੇ ਜਿਹੜੀ ਡਾਇਰੈਕਟਰ ਜਾਂ ਸਟੋਰੀ ਰਾਈਟਿੰਗ ਇੰਨੀ ਜ਼ਬਰਦਸਤ ਹੁੰਦੀ ਹੈ ਵੀ ਉਹ ਇਹਨਾਂ ਦੀ ਐਕਟਿੰਗ ਦੀ ਘਾਟ ਨੂੰ ਵੀ ਪੂਰਾ ਕਰ ਦਿੰਦੀ ਹੈ। ਸੋ ਇਹ ਪੰਜਾਬੀ ਦੇ ਵਿੱਚ ਜਦੋਂ ਸਟੋਰੀਜ਼ ਚੰਗੀਆਂ ਆਉਣ ਲੱਗ ਪਈਆਂ, ਡਾਇਰੈਕਟਰ ਚੰਗੇ ਅਨੁਰਾਗ ਵਰਗੇ ਆਉਣ ਲੱਗ ਪਏ ਫਿਲਮਾਂ ਦੇ ਵਿੱਚ, ਹੋਰ ਲੈਵਲ ਦੇ ਉੱਤੇ ਉਹਨਾਂ ਨੇ ਆਪਦੇ ਗੇਟ ਖੋਲ੍ਹਤੇ ਵੀ ਹੁਣ ਵਾਈਟ ਹਿੱਲ ਦੇ ਨਾਲ ਹੋਰਾਂ ਦੀਆਂ ਫਿਲਮਾਂ ਬਣਾਵਾਂਗੇ। ਉਦੋਂ ਇੱਕ ਕੇਪੇਬਲ ਡਾਇਰੈਕਟਰ ਔਰ ਇੱਕ ਚੰਗੀ ਸਟੋਰੀ, ਚੰਗਾ ਡਾਇਰੈਕਟਰ ਕਿਸੇ ਵੀ ਐਕਟਰ ਨੂੰ ਬਣਾ ਸਕਦਾ ਹੈਗਾ। ਇੱਥੇ ਫਿਰ ਉਹ ਆਪਣਾ ਜਿਹੜਾ ਆਪਾਂ ਮਾਰਕੀਟਿੰਗ ਉਹਦੇ ਤੇ ਵੀ ਬਹੁਤ ਡਿਪੈਂਡੈਂਟ ਹੋ ਜਾਂਦੀ ਹੈ। ਇੱਕ ਚੀਜ਼ ਮੈਂ ਦੇਖੀ ਆ, ਅਗੇਨ ਬ੍ਰਿੰਗਿੰਗ ਇਟ ਬੈਕ ਟੂ ਵਾਈਟ ਹਿੱਲ ਐਂਡ ਸਨੀ's ਕੇਸ, ਜਿਹੜਾ ਮਨਮੋਹਨ ਔਰ ਸਨੀ ਨਿਕਨੇਮ ਹੈ, ਬਹੁਤ ਸਾਰੇ ਆਪਾਂ ਟ੍ਰੇਲਰ ਦੇਖੀ ਦੇ ATN ਤੇ ਕਿਤੇ TV ਤੇ ਲੱਗੇ ਹੁੰਦੇ ਤਾਂ ਵਾਈਟ ਹਿੱਲ ਦਾ ਬੈਨਰ ਆਉਂਦਾ ਹੁੰਦਾ, lot of the big, so I think that's one of the areas ਜਿੱਥੇ ਕਿ ਮੈਂ ਸੋਚਦਾ ਕਿ ਮਨਮੋਹਨ ਨੇ ਬਹੁਤ ਜ਼ਿਆਦਾ ਇਸ ਇੰਡਸਟਰੀ ਨੂੰ ਅੱਗੇ ਲਿਆਂਦਾ in terms of marketing of films. I think he does a very good job ਇਸ ਚੀਜ਼ ਦੇ ਉੱਤੇ, ਤੇ I think that's maybe one of the key factors ਜਿਹਦੇ ਕਰਕੇ White Hill is doing so great. We wish them obviously continued luck. I'm going to do one more segment with Dave and we're going to come back right after these words. Thank you. Welcome back to part 4 of our special interview with Devinder Dhillon. Dave ji, ਅਸੀਂ ਹੁਣ ਕਾਫੀ production ਨਾਲ ਮੈਂ emphasis ਰੱਖਿਆ ਸੀ for the middle 2 segments. I want to come back a little bit to your acting side. ਤੁਸੀਂ like we were
talking ਪਹਿਲਾਂ 10 ਸਾਲ ਆਪਾਂ ਇਕੱਠਿਆਂ ਨੇ in the early 2000s we did a lot of work. Then you sort of, you know, worked your way up and to better things. Not better, I mean, in terms of it. I know you started off, you know, you had an agent and you started getting smaller bit parts in Hollywood films, and then you've started working with Whitehill, and you did a very, very nice role as a police, was a commissioner of police in Jet and Juliet. Now I think everybody, you know, when I go to my relatives' houses and people ask me, oh, that guy used to work with you, you know, they can't quite put it, like, we saw him in that movie. And so thoda jiha dassoge tusi Jet and Juliet jo pehli si, was that really what, you know, brought you into the limelight? Uh to baad hun fir ki kuch ho reha, uh to baad ki kita hai in terms Jet and Juliet 1 ਦੇ ਵਿੱਚ ਮੈਂ ਬੈਂਕਰ ਦਾ ਰੋਲ ਕੀਤਾ ਸੀਗਾ. Oh sorry, that was 1 ਜਿਹਦੇ ਵਿੱਚ ਹਾਂਜੀ Jet and Juliet 1 ਦੇ ਵਿੱਚ ਬੈਂਕਰ ਸੀਗਾ. ਪੁਲਿਸ ਕਮਿਸ਼ਨਰ ਸੀ ਤੁਸੀਂ. ਓਕੇ. Jet and Juliet 1 ਦੇ ਵਿੱਚ ਬੈਂਕਰ ਦਾ ਰੋਲ ਕਰਨ ਤੋਂ ਬਾਅਦ ਉਦੋਂ ਜਿਹਨੇ ਵੀ ਉਹ ਫੇਸ ਵੇਖਿਆ ਤੇ ਕੈਨੇਡਾ ਦੇ ਵਿੱਚ ਯਾਨੀ BC ਦੇ ਵਿੱਚ ਤਾਂ ਰੈਕਗਨਾਈਜ਼ ਕਰ ਲਿਆ ਉਹਨਾਂ ਨੇ ਵੀ. ਦੂਜੇ ਥਾਵਾਂ ਤੇ ਕਹਿੰਦੇ ਸੀ ਵੀ ਇਹ ਸ਼ਾਇਦ ਕਿਸੇ ਗੋਰੇ ਨੂੰ ਕਿਹਾ ਹੈਗਾ ਉਹਨਾਂ ਨੇ ਇਹ ਰੋਲ ਕਰਨ ਦੇ ਵਾਸਤੇ. ਦਲਜੀਤ ਮੈਨੂੰ ਦੱਸਦਾ ਸੀਗਾ, ਕਹਿੰਦਾ ਵੀ ਢਿੱਲੋਂ ਸਾਹਿਬ ਇੰਡੀਆ 'ਚ ਪੁੱਛਦੇ ਸੀ ਵੀ ਤੁਸੀਂ ਗੋਰੇ ਨੂੰ ਕਿਵੇਂ ਆਪਣੀ ਬੋਲੀ ਬੋਲਣ ਲਾ ਲਿਆ, ਤੇ ਉਹ ਕਹਿੰਦੇ ਵੀ ਨਹੀਂ ਸਾਡੇ ਢਿੱਲੋਂ ਸਾਹਿਬ ਨੇ. ਤੇ ਉਸ ਤੋਂ ਬਾਅਦ ਫਿਰ ਜਿਹੜਾ ਦੂਜੀ ਜੱਟ ਐਂਡ ਜੂਲੀਅਟ 2 ਦੇ ਵਿੱਚ ਪੁਲਿਸ ਚੀਫ ਦਾ ਰੋਲ ਸੀਗਾ, ਉਸ ਨਾਲੋਂ ਵੱਡਾ ਸੀਗਾ. ਉਹਦੇ ਨਾਲ ਕਾਫੀ ਜਾਣ ਪਛਾਣ ਹੋ ਗਈ, ਚਿਹਰੇ ਦੀ ਬੜੀ ਜਾਣ ਪਛਾਣ ਹੋ ਗਈ. ਲੇਕਿਨ ਉਹਦੇ ਨਾਲ ਨਾਲ ਜਿਵੇਂ ਤੁਹਾਨੂੰ ਪਤਾ ਹੈ ਵੀ ਹਾਲੀਵੁੱਡ ਦੇ ਵਿੱਚ ਵੀ ਮੇਰਾ ਏਜੰਟ ਹੈਗਾ ਜਿਹੜਾ ਕਿ ਮੈਨੂੰ ਫਿਲਮਾਂ ਦੇ ਵਿੱਚ ਲਿਆਉਂਦਾ ਹੈਗਾ. ਉਹਦੇ ਵਿੱਚ ਇੱਕ ਮੇਨ ਫੀਚਰ ਫਿਲਮ ਹੈਗੀ ਆ ਹਾਈ ਮੂਨ. ਹਾਈ ਮੂਨ ਦੇ ਵਿੱਚ ਮੈਨੂੰ ਇੱਕ ਇੰਡੀਅਨ ਐਂਬੈਸਡਰ ਦਾ ਰੋਲ ਮਿਲ ਗਿਆ. ਉਹ ਮੈਂ ਕੀਤਾ. ਤੇ ਉਸ ਤੋਂ ਬਾਅਦ ਮੈਨੂੰ ਬਲਜੀਤ ਦਿਓਰ ਨੇ ਰੱਬ ਰਾਖਾ ਫਿਲਮ ਹੈਗੀ ਸੀਗੀ ਜਿਹੜੀ ਅੱਜ ਕੱਲ੍ਹ ਸ਼ੂਟ ਹੋ ਰਹੀ ਹੈ ਇੰਡੀਆ ਦੇ ਵਿੱਚ, ਬਲਕਿ ਉਹਦਾ ਨਾਂ ਹੁਣ ਮੈਂ ਸੁਣਿਆ ਹੈਗਾ ਚੇਂਜ ਕਰਕੇ ਹੀਰੋ ਰੱਖ ਲਿਆ. ਹਾਂਜੀ, ਜਿਮੀ ਸ਼ੇਰਗਿੱਲ ਦੀ ਮੂਵੀ ਹੈ. ਉਹਦੇ ਵਿੱਚ ਸ਼ਿਵਿੰਦਰ ਮਾਹਲ ਦੇ ਨਾਲ ਮੇਰਾ ਰੋਲ ਹੈਗਾ. ਤੇ ਉਹ ਫਿਲਮ ਕਰਕੇ ਫਿਰ ਮੈਨੂੰ ਇੱਥੇ ਲੋਕਲ ਪ੍ਰੋਡਿਊਸਰ ਹੈਗੇ ਨੇ ਤੇ ਨਵਲਪ੍ਰੀਤ ਰੰਗੀ ਹੈਗੇ ਨੇ ਜਿਹੜੇ ਕਿ ਡਾਇਰੈਕਟ ਕਰਦੇ ਨੇ ਫਿਲਮ ਨੂੰ. ਉਹਨਾਂ ਨੇ ਮੈਨੂੰ ਇੱਕ ਪਾਲਦੀ ਪਿੰਡ ਦੇ ਉੱਤੇ ਇੱਕ ਫੀਚਰ ਫਿਲਮ ਬਣਾਈ ਹੈ, ਉਹਦੇ ਵਿੱਚ ਮੈਨੂੰ ਰੋਲ ਮਿਲਿਆ ਹੈਗਾ. ਔਰ ਲੇਟੈਸਟ ਜਿਹੜੀ ਹੈਗੀ ਹੈ ਉਹ ਸਰਦਾਰ ਜੀ ਹੈ. ਸਰਦਾਰ ਜੀ ਦੇ ਵਿੱਚ ਮੇਰਾ ਰੋਲ ਹੈ, ਉਹ ਮੈਂ ਹਾਲੇ ਦੱਸਣਾ ਨਹੀਂ ਕਿਉਂਕਿ ਹਾਲੇ ਫਿਲਮ ਨੂੰ 26 ਜੂਨ ਨੂੰ ਆਪਣਾ ਪਰਦੇ 'ਤੇ ਆਏਗੀ. ਤੇ ਉਹਦੇ ਨਾਲ ਨਾਲ ਇੱਕ ਹੁਣੇ TD ਐਮਰੀਟ੍ਰੇਡ ਯਾਨੀ TD ਬੈਂਕ ਦੇ ਵੱਲੋਂ ਜ਼ਿਆਦਾ ਤੌਰ 'ਤੇ ਫੁੱਟਬਾਲ ਗੇਮਸ ਦੇ ਵਿੱਚ ਉਹ ਕਮਰਸ਼ਲ ਆਉਂਦਾ ਹੈਗਾ, ਜਿਹਦੇ ਵਿੱਚ ਮੈਂ ਪ੍ਰੀਸਟ ਬਣਿਆ ਹੈਗਾ. ਗੋਰਿਆਂ ਦਾ ਪ੍ਰੀਸਟ ਜਿਹੜਾ ਕਿ ਵਿਆਹ ਕਰਵਾ ਰਿਹਾ ਇੱਕ ਯੰਗ ਕਪਲ ਦਾ. ਸੋ ਹੁਣ ਬਾਬੇ ਦੀ ਮਿਹਰ ਹੈ ਜੀ, ਜਿਨ੍ਹਾਂ ਨੇ ਕੰਮ ਵੇਖ ਲਿਆ ਹੈਗਾ ਉਹ ਹੁਣ ਖੁਦ ਸੱਦ ਲੈਂਦੇ ਨੇ ਕਿ ਹੁਣੇ ਅਜੇ ਦੇਵਗਨ ਦੀ ਫਿਲਮ ਸ਼ਿਵੇ ਸ਼ੂਟ ਹੋ ਰਹੀ ਹੈਗੀ ਕੈਲਗਰੀ ਦੇ ਵਿੱਚ. ਉਹਨੂੰ ਡਾਇਰੈਕਟ ਵੀ ਅਜੇ ਦੇਵਗਨ ਹੀ ਕਰ ਰਹੇ ਨੇ. ਉਹਦੇ ਵਾਸਤੇ ਮੈਂ ਆਡੀਸ਼ਨ ਕੀਤੀ ਹੋਈ ਹੈ. ਤੋ ਹੁਣ ਮੈਂ ਉਹਨਾਂ ਦਾ ਆਨਸਰ ਉਡੀਕ ਰਿਹਾ ਵੀ ਉਹ ਰੋਲ ਇੱਕ ਮੇਜਰ ਦਾ ਰੋਲ ਹੈ, ਆਰਮੀ ਮੇਜਰ ਦਾ ਰੋਲ, ਵੀ ਕੀ ਉਹ ਮੈਨੂੰ ਮਿਲੇਗਾ ਜਾਂ ਨਹੀਂ. ਪਰ ਸਾਰੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਕਾਫੀ ਉਸ ਰੋਲ ਦੇ ਵਾਸਤੇ ਗਏ ਨੇ. ਸੋ ਇਟ ਡਿਪੈਂਡਸ ਵੀ ਮੇਰਾ ਫੇਸ ਉਹਨਾਂ ਨੂੰ ਠੀਕ ਆਉਂਦਾ ਕਿ ਨਹੀਂ. ਤੋ ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਜਿਹੜੇ ਵੀ ਫਿਲਮ ਬਣਾਉਣ ਇੱਥੇ, ਜਿਹੜੇ ਵੀ ਇਸ ਲਾਈਨ 'ਚ ਆਉਣਾ ਚਾਹੁੰਦੇ ਨੇ, ਚੰਗੀ ਤਰ੍ਹਾਂ ਹੋਮਵਰਕ ਕਰਕੇ ਇਹਦੀਆਂ ਡੂ ਐਂਡ ਡੋਂਟਸ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ. ਇਨਵੈਸਟਮੈਂਟ ਦੇ ਤੌਰ 'ਤੇ ਇਹ ਹੈਰਾਨ ਨਾ ਹੋਇਓ ਜੇ ਤੁਹਾਨੂੰ ਕੋਈ ਕਹਿੰਦਾ ਵੀ ਇਹਦੇ 'ਤੇ 2 ਜਾਂ 3 ਜਾਂ 4 ਮਿਲੀਅਨ ਖਰਚ ਹੁੰਦਾ. ਓਨੈਸਟਲੀ ਇਹਨਾਂ ਫਿਲਮਾਂ 'ਤੇ ਅੱਜ ਕੱਲ੍ਹ ਲੱਗ ਰਿਹਾ ਪੰਜਾਬੀ ਫਿਲਮਾਂ ਦਾ ਜਿਹੜਾ ਮੇਕਿੰਗ ਸਟੈਂਡਰਡ ਹੈਗਾ ਉਹ ਬਹੁਤ ਉੱਚਾ ਹੋ ਗਿਆ. ਜਿਹਨੇ ਇਸ ਫਿਲਮ ਲਾਈਨ ਦੇ ਵਿੱਚ ਕਮਾਉਣਾ ਹੈਗਾ ਉਹਨਾਂ ਦੀ ਇਨਵੈਸਟਮੈਂਟ ਵੀ ਬੜੀ ਤਕੜੀ ਹੋਏਗੀ. ਸੋ ਇਫ ਯੂ ਵਾਂਟ ਟੂ ਕਮ ਇਨ ਟੂ ਮੂਵੀ ਮੇਕਿੰਗ, ਇਹ ਸਾਰਾ ਘਰੇ ਬਹਿ ਕੇ ਹੋਮਵਰਕ, ਜਿੰਨੀ ਇਨਫੋਰਮੇਸ਼ਨ ਤੁਸੀਂ ਇਕੱਠੀ ਕਰਨਾ ਚਾਹੁੰਦੇ ਹੋ ਉਹ ਇਕੱਠੀ ਕਰੋ. ਬਲਕਿ ਯੂ ਕੈਨ ਕਾਲ ਵਾਈਟਹਿਲ ਅਗਰ ਤੁਸੀਂ ਕੁਝ ਡਿਸਕਸ ਕਰਨਾ ਚਾਹੁੰਦੇ ਹੋ ਵੀ ਮੈਂ ਇਸ ਤਰ੍ਹਾਂ ਫਿਲਮ ਬਣਾਉਣੀ ਹੈਗੀ ਹੈ, ਵਿਲ ਬੀ ਮੋਰ ਦੈਨ ਹੈਪੀ ਟੂ ਹੈਲਪ ਯੂ. ਬਈ ਇਹਦਾ ਹੈਗਾ ਰਿਜ਼ਲਟ ਇਹਦਾ, ਫਿਰ ਤੁਸੀਂ ਆਪਣਾ ਜੋ ਤੁਹਾਡੀ ਇੱਛਾ ਹੈਗੀ ਹੈ. ਸੋ I wish my best of luck to the filmmakers and to the young actors. Even ਆਪਣੇ ਵਿਕਰਮ ਕੋਈ young actor ਵੀ ਕੋਈ ਹੈਲਪ ਚਾਹੁੰਦਾ ਹੈਗਾ, ਕੋਈ ਪੁੱਛਣਾ ਚਾਹੁੰਦਾ ਹੈਗਾ ਵੀ ਮੈਂ ਇਸ ਲਾਈਨ 'ਚ ਆਉਣਾ ਚਾਹੁੰਦਾ,
I can sit him down and I can make him understand ਇਹਦੀਆਂ ups and downs ਕੀ ਹੈਗੀਆਂ ਨੇ ਕਿਉਂਕਿ ਮੈਂ ਸੋਚਦਾ ਹਾਲੇ ਵੀ ਕੈਨੇਡਾ ਦੇ ਵਿੱਚ ਫਿਲਮ 'ਚ ਆਉਣਾ ਸੌਖਾ ਹੈ rather than going to Bollywood ਜਿੱਥੇ ਕਿ ਇੰਨੀ ਚੋਇਸ ਹੈਗੀ ਔਰ ਇੰਨੇ ਐਕਟਰਸ ਹੋ ਗਏ ਨੇ ਉੱਥੇ ਬ੍ਰੇਕ ਕਰਨਾ ਫਿਲਮ ਦੇ ਵਿੱਚ ਬੜਾ ਔਖਾ ਹੈਗਾ ਸੋ ਆਈ ਵਾਸ ਲੱਕੀ ਇਨਫ ਟੂ ਬੀ ਇਨ ਕੈਨੇਡਾ ਔਰ ਵਾਈਟ ਹਿੱਲ ਦੇ ਨਾਲ ਕਨੈਕਸ਼ਨ ਹੋਣ ਦੇ ਨਾਲ ਮੈਨੂੰ ਇਹਦੇ ਵਿੱਚ ਬ੍ਰੇਕ ਮਿਲੀ ਔਰ ਬਾਬੇ ਨੇ ਬੜੀ ਸਫਲਤਾ ਦਿੱਤੀ ਹੈਗੀ ਹੈ no doubt I mean ਤੁਹਾਨੂੰ ਬ੍ਰੇਕ ਮਿਲੀ it was luck but you also have to have the talent जी luck the बगैर talent तो कुछ भी नहीं करूँगा vice versa talent भी बगैर so I do want to congratulate you on the work you've done so far thank you and I'm looking forward to much more ਹੁਣ ਹਿੰਦੀ ਫਿਲਮਾਂ ਦੇ ਵਿੱਚ ਵੀ hopefully ਜਿਹੜੀਆਂ ਤੇ ਸ਼ੂਟ ਹੋ ਰਹੀਆਂ ਪ੍ਰੇਮ ਚੋਪੜਾ ਦੀ ਬਹੁਤ ਕਮੀ ਮਹਿਸੂਸ ਹੋ ਰਹੀ ਹੈ ਉਹਨਾਂ ਨੂੰ ਉਹ ਤੁਸੀਂ ਪੂਰੀ ਕਰ ਸਕੋ ਤਾਂ ਬਹੁਤ ਵਧੀਆ ਹੋਊਗਾ but all jokes aside I really want to like I said thank you for coming in today ਤੇ ਮੇਰੀ ਬੜੀ ਦਿਲੀ ਤਮੰਨਾ ਸੀ कि मैं थोड़े नाल बैठ के heart to heart discussion करा so our viewers can get a little bit more insight. This is not just talk from a distance now. We are talking to somebody who's actually involved in the latest film Jadiya. It's called Sardarji. It'll be releasing, you said, June 26th? June 26th, 2015. That's right. So make sure everybody keep a track on that film. Watch the trailer, see the release dates, and go check it out. Dave is a production manager. He's also done a role in there. It is produced by White Hill Productions and Basic